सैकेंड कोलीगेटिव प्रॉपर्टी पढ़ांगे बेटा, एलिवेशन इन बॉइलिंग पॉइंट। इनू आपां डेल्टा टी वी दे नाल रिप्रजेंट करांगे। इट इज़ मोस्ट इंपॉर्टेंट। तो सब तो पहला देखांगे बॉइलिंग पॉइंट हुंदा की आ। टेंपरेचर at which vapor pressure of a liquid become equal to atmospheric pressure। ਜਦੋਂ ਕਿਸੇ ਲਿਕੁਇਡ ਦਾ ਵੇਪਰ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਇਕੁਅਲ ਹੋ ਜਾਏ ਤਾਂ ਉਹਨੂੰ ਆਪਾਂ ਉਹਦਾ ਬੋਇਲਿੰਗ ਪੁਆਇੰਟ ਕਹਿ ਦਿੰਦੇ ਹਾਂ। ਹੁਣ ਜਦੋਂ ਕਿਸੇ ਸੋਲਵੈਂਟ ਦੇ ਵਿੱਚ ਆਪਾਂ ਨੋਨ ਵੋਲਾਟਾਈਲ ਸਲਿਊਟ ਡਿਜ਼ੋਲਵ ਕਰਦੇ ਹਾਂ ਤਾਂ ਉਹਦਾ ਵੇਪਰ ਪ੍ਰੈਸ਼ਰ ਜੋ ਹੈ ਉਹ ਡਿਕਰੀਜ਼ ਕਰਦਾ ਹੁੰਦਾ। ਹਮੇਸ਼ਾ ਆਪਾਂ ਲਾਸਟ ਟੌਪਿਕ ਦੇ ਵਿੱਚ ਵੀ ਪੜ੍ਹਿਆ ਸੀ। ਅਗਰ ਵੇਪਰ ਪ੍ਰੈਸ਼ਰ ਘਟ ਗਿਆ ਤਾਂ ਉਹਦਾ ਬੋਇਲਿੰਗ ਪੁਆਇੰਟ ਜੋ ਹੋਏਗਾ ਉਹ ਵੱਧ ਜਾਏਗਾ, ਇੰਕਰੀਜ਼ਸ। ਬੋਇਲਿੰਗ ਪੁਆਇੰਟ ਇੰਕਰੀਜ਼ਸ ਕਿਉਂਕਿ ਨੋਨ ਵੋਲਾਟਾਈਲ ਸਲਿਊਟ ਦੇ ਕੋਈ ਵੇਪਰ ਨਹੀਂ ਬਣਦੇ। ਵੇਪਰ ਕਿਹਦੇ ਬਣੂਗੇ? ਸਿਰਫ ਸੋਲਵੈਂਟ ਦੇ, ਜਿਹਦੇ ਕਰਕੇ ਵੇਪਰ ਪ੍ਰੈਸ਼ਰ ਘਟੇਗਾ ਅਤੇ ਬੋਇਲਿੰਗ ਪੁਆਇੰਟ ਵਧੇਗਾ। ਇਹਨੂੰ ਆਪਾਂ ਇੱਕ ਡਾਇਗਰਾਮ ਦੇ ਨਾਲ ਸਮਝਦੇ ਹਾਂ। ਇੱਕ ਗਰਾਫ ਪਲੋਟ ਕਰਦੇ ਹਾਂ। ਗਰਾਫ ਦੇ ਵਿੱਚ ਕੀ ਕਰਾਂਗੇ, ਇੱਕ ਸਾਈਡ ਵੇਪਰ ਪ੍ਰੈਸ਼ਰ ਲਵਾਂਗੇ, ਦੂਸਰੀ ਸਾਈਡ ਲਵਾਂਗੇ ਟੈਂਪਰੇਚਰ। ਟੈਂਪਰੇਚਰ ਹਮੇਸ਼ਾ ਕੈਲਵਿਨ ਦੇ ਵਿੱਚ ਲੈਣਾ। ਤੋ ਇਹ ਲਾਈਨ ਰਿਪਰਜੈਂਟ ਕਰ ਰਹੀ ਹੈ 1 ATM ਨੂੰ, 1 ਐਟਮੋਸਫੇਰਿਕ ਪ੍ਰੈਸ਼ਰ ਨੂੰ। 1 ਐਟਮੋਸਫੇਰਿਕ ਪ੍ਰੈਸ਼ਰ ਜਨਰਲੀ ਇਕੁਅਲ ਹੁੰਦਾ 1.013 ਬਾਰ ਦੇ ਇਕੁਅਲ ਹੁੰਦਾ। ਤੋ ਆਪਾਂ ਅਗਰ ਪਿਓਰ ਸੋਲਵੈਂਟ ਲਵਾਂਗੇ, ਪਿਓਰ ਸੋਲਵੈਂਟ ਦੀ ਕਰਵ ਇਸ ਤਰੀਕੇ ਦੀ ਆਏਗੀ। ਇਹ ਪਿਓਰ ਸੋਲਵੈਂਟ ਆ। ਜਦੋਂ ਪਿਓਰ ਸੋਲਵੈਂਟ ਨੂੰ ਇਵੈਪੋਰੇਟ ਕਰਾਂਗੇ ਉਹ ਇੱਥੇ ਜਾ ਕੇ ਕੀ ਬਣ ਜਾਏਗਾ, ਬੋਇਲ ਹੋਣਾ ਸ਼ੁਰੂ ਕਰ ਦੇਗਾ ਇਸ ਟੈਂਪਰੇਚਰ ਦੇ, ਮਤਲਬ ਉਹਦਾ ਵੇਪਰ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋ ਜਾਏਗਾ। ਜਦੋਂ ਆਪਾਂ ਸੋਲਿਊਸ਼ਨ ਲਵਾਂਗੇ, ਸੋਲਿਊਸ਼ਨ ਕਿਹੜਾ ਲਵਾਂਗੇ ਜਿਹਦੇ ਵਿੱਚ ਨੋਨ ਵੋਲਾਟਾਈਲ ਸਲਿਊਟ ਘੋਲਿਆ ਆ, ਤੋ ਇਹ ਹੈਗਾ ਸੋਲਿਊਸ਼ਨ ਕਿਹੜਾ ਆ, ਨੋਨ ਵੋਲਾਟਾਈਲ ਸਲਿਊਟ ਵਾਲਾ ਆ। ਤੋ ਉਹਦਾ ਵੇਪਰ ਪ੍ਰੈਸ਼ਰ ਜਿਹੜਾ ਆ ਇਸ ਪੁਆਇੰਟ 'ਤੇ ਜਾ ਕੇ ਇਸ ਲਾਈਨ ਦੇ ਨਾਲ ਮੈਚ ਕਰੇਗਾ। ਅਗਰ ਇਹ ਟੈਂਪਰੇਚਰ ਆਪਾਂ ਨੋਟ ਕਰੀਏ ਤਾਂ ਪਿਓਰ ਦਾ ਬੋਇਲਿੰਗ ਟੈਂਪਰੇਚਰ TB ਨੋਡ ਹੋਏਗਾ, ਸੋਲਿਊਸ਼ਨ ਦਾ ਬੋਇਲਿੰਗ ਪੁਆਇੰਟ TB ਹੋਏਗਾ। ਵੱਧ ਕੇ ਕਿੰਨਾ ਹੋ ਜਾਏਗਾ, TB ਵੱਧ ਗਿਆ। ਪਹਿਲਾਂ ਕਿੰਨਾ ਸੀ, ਘੱਟ ਸੀ। ਪਿਓਰ ਦਾ ਘੱਟ ਆ, ਸੋਲਿਊਸ਼ਨ ਦਾ ਬੋਇਲਿੰਗ ਪੁਆਇੰਟ ਵੱਧ ਗਿਆ। ਇਹਨਾਂ ਦੋਨਾਂ ਵਿੱਚ ਜਿਹੜਾ ਡਿਫਰੈਂਸ ਆਏਗਾ ਦੈਟ ਇਜ਼ ਡੈਲਟਾ TB। ਇਹਨੂੰ ਆਪਾਂ ਕਹਿੰਦੇ ਆ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਡੈਲਟਾ TB ਨੂੰ ਕਹਿੰਦੇ ਆਪਾਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਸੋ ਇਹਨੂੰ ਆਪਾਂ ਕਿੱਦਾਂ ਐਕਸਪ੍ਰੈਸ ਕਰਾਂਗੇ, ਤੋ ਡੈਲਟਾ TB ਇਜ਼ ਇਕੁਅਲ ਟੂ, ਤੋ ਜ਼ਿਆਦਾ ਕਿਹੜਾ ਆ, TB ਆ, ਬੋਇਲਿੰਗ ਪੁਆਇੰਟ ਆਫ ਸੋਲਿਊਸ਼ਨ ਮਾਈਨਸ ਬੋਇਲਿੰਗ ਪੁਆਇੰਟ ਆਫ ਪਿਓਰ ਸੋਲਵੈਂਟ। ਤੋ ਕਿੰਨਾ ਚੇਂਜ ਹੋਇਆ ਇਹ ਸਾਨੂੰ ਡੈਲਟਾ TB ਤੋਂ ਪਤਾ ਲੱਗ ਜਾਏਗਾ ਕਿ ਬੋਇਲਿੰਗ ਪੁਆਇੰਟ ਸੋਲਿਊਸ਼ਨ ਦਾ ਕਿੰਨਾ ਵੱਧ ਗਿਆ ਆ। ਉਹ ਇਸ ਡਿਫਰੈਂਸ ਇੱਥੋਂ ਪਤਾ ਲੱਗ ਜਾਏਗਾ ਇਸ ਐਕਸਪ੍ਰੈਸ਼ਨ ਤੋਂ। ਠੀਕ ਹੈ ਜੀ। ਤੋ ਇਹ ਐਕਸਪ੍ਰੈਸ਼ਨ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਆ। ਉਸ ਤੋਂ ਬਾਅਦ ਡੈਲਟਾ TB ਜੋ ਹੁੰਦਾ ਹੈ, ਡੈਲਟਾ TB ਕੀ ਹੈ ਇੱਥੇ, ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ M ਦੇ। M ਕੀ ਹੈ ਇੱਥੇ, ਮੋਲੈਲਿਟੀ ਦੇ ਬਰਾਬਰ ਆ। ਤੋ ਮੋਲੈਲਿਟੀ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਤੋ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਵਾਂਗੇ ਤਾਂ ਕੀ ਆ ਜਾਏਗਾ, ਡੈਲਟਾ TB ਇਜ਼ ਇਕੁਅਲ ਟੂ KBM। ਤੋ ਇਹ ਨਵਾਂ ਐਕਸਪ੍ਰੈਸ਼ਨ ਆ ਗਿਆ, ਇਹ ਵੀ ਇੰਪੋਰਟੈਂਟ ਆ। ਠੀਕ ਆ ਜੀ। ਹੁਣ ਇੱਥੇ KB ਕੀ ਚੀਜ਼ ਆ, KB ਇਜ਼ ਕਾਲਡ, KB ਇੱਕ ਕੌਂਸਟੈਂਟ ਆ ਜਿਹਨੂੰ ਕਹਿੰਦੇ ਆ ਮੋਲਲ ਬੋਇਲਿੰਗ ਪੁਆਇੰਟ ਐਲੀਵੇਸ਼ਨ ਕੌਂਸਟੈਂਟ। ਮੋਲਲ ਬੋਇਲਿੰਗ ਪੁਆਇੰਟ ਐਲੀਵੇਸ਼ਨ ਕੌਂਸਟੈਂਟ। दूसरा नाम है ਇਹਦਾ और एबलियोस्कोपिक कॉन्स्टेंट। कई बार पूछ लेंगे ਇਹਦੀ ਡੈਫੀਨੇਸ਼ਨ
ਤੇ ਯੂਨਿਟ ਪੁੱਛ ਲੈਂਦੇ ਆ ਕਿ ਵਟ ਡੂ ਯੂ ਮੀਨ ਬਾਏ ਐਬਲੀਓਸਕੋਪਿਕ ਕਾਂਸਟੈਂਟ। ਤਾਂ KB ਨੂੰ ਕਹਿੰਦੇ ਆ, ਇਹਦੀ ਵੈਲਿਊ ਹਮੇਸ਼ਾ ਫਿਕਸ ਹੁੰਦੀ ਆ ਕਿਸੇ ਖਾਸ ਸੋਲਵੈਂਟ ਵਾਸਤੇ। ਤੋ ਜੇ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ, ਇਫ ਇਹਨੂੰ ਇਕੁਏਸ਼ਨ 1 ਇਹਨੂੰ ਇਕੁਏਸ਼ਨ 2 ਕਹਿ ਦਾਂਗੇ। ਇਫ m is equal to 1 that is for 1 molar solution ਕਿ ਇੱਕ ਮੋਲ ਜਿਹੜਾ ਸਲਿਊਟ ਦਾ ਆਪਾਂ ਘੋਲਿਆ 1000 ਗ੍ਰਾਮ ਸੋਲਵੈਂਟ ਦੇ ਵਿੱਚ, ਉਹਨੂੰ 1 ਮੋਲਰ ਕਹਿ ਦਿੰਦੇ ਆ। ਡੈਲਟਾ TB is equal to KB, that means molar boiling point elevation constant become equal to elevation in boiling point when molality of solution become unity। ਹੁਣ ਆਪਾਂ ਇਹਦੇ ਯੂਨਿਟ ਪੜਾਂਗੇ, ਯੂਨਿਟਸ ਆਫ KB। KB ਦੇ ਯੂਨਿਟ ਕਿਆ ਹੁੰਦੇ ਆ, ਡਿਗਰੀ ਪਰ ਮੋਲੈਲਿਟੀ। ਆਪਾਂ ਡਿਗਰੀ ਪਰ ਮੋਲੈਲਿਟੀ ਦੇ ਹਿਸਾਬ ਨਾਲ ਦੇਖਦੇ ਹਾਂ, ਡਿਗਰੀ ਪਰ ਮੋਲੈਲਿਟੀ। तो यूनिट की आ गया था, मतलब डिग्री द केल्विन पर मोलैलिटी। और आप इदा लिख सकते हैं KG पर मोलर। तो ये वाले यूनिट जोड़े ज़्यादा यूज़ करते हैं आप, ठीक है। या फिर इदा भी यूज़ कर, यदि जगह तो इस तरीके भी कह लें K पर मोलर। ये वाले यूनिट ज़्यादा यूज़ होंगे हैं, ठीक है बेटा। तो ये साढ़े कोल है एलिवेशन इन बॉइलिंग पॉइंट।